ਪਾਕਿਸਤਾਨ ਦੇ ਵਿੱਚ ਕਣਕ ਦੀ ਘਾਟ ਪੈ ਗਈ ਹੈ। ਰੂਸ ਤੋਂ ਇੰਨੀ ਦੂਰੋਂ ਮੰਗਾ ਰਹੇ ਹੈ, ਇੱਥੋਂ ਕਣਕ ਕਿਉਂ ਨਹੀਂ ਜਾ ਸਕਦੀ। ਭਗਵਤ ਸਾਹਿਬ ਜਿਹੜੇ RSS ਦੇ ਮੁਖੀ ਨੇ, ਉਹ ਕਹਿੰਦੇ ਸਾਰੇ ਹਿੰਦੂ ਨੈਸ਼ਨਲਿਸਟ ਨੇ, ਤੇ ਇਹਦਾ ਮਤਲਬ ਹੈ ਕਿ ਸਿੱਖ, ਮੁਸਲਮਾਨ, ਈਸਾਈ, ਬੋਧੀ ਉਹ ਨੈਸ਼ਨਲਿਸਟ ਨਹੀਂ ਹੈ, ਉਹ ਇੰਡੀਆ ਦੇ ਨਾਲ ਨਹੀਂ ਹੈ। ਸਾਨੂੰ ਕਹਿੰਦੇ ਹੈ ਕਿ ਅਸੀਂ ਖਾਲਿਸਤਾਨੀ ਹੈ। ਭਾਈ ਤੁਸੀਂ ਆਪ ਤਾਂ ਸਾਨੂੰ ਖਾਲਿਸਤਾਨ 'ਚ ਲਾਇਆ। ਖਾਲਿਸਤਾਨੀ ਜਾਂ ਰੈਫਰੈਂਡਮ 2020 ਦੀ ਉਹ ਇਲਜ਼ਾਮ ਤਾਂ ਹੁਣ ਵੀ ਲੱਗ ਰਹੇ ਨੇ ਕਿਸਾਨਾਂ ਦੇ। ਜਿਹੜੇ ਲੋਕ ਲੰਗਰ ਚਲਾ ਰਹੇ ਨੇ ਉਹਨਾਂ ਨੂੰ ਵੀ ਸਰਕਾਰ ਵੱਲੋਂ ਖਾਲਿਸਤਾਨੀ ਦੱਸਿਆ ਜਾਂਦਾ। ਇੱਥੇ ਨਾ ਤਾਂ ਇਹਨਾਂ ਤੇ ਮੁਸਲਮਾਨਾਂ ਨਾਲ ਬਣਦੀ ਹੈ, ਨਾ ਸਿੱਖਾਂ ਨਾਲ। ਕਸ਼ਮੀਰ ਦਾ ਕਿੰਨਾ ਬੁਰਾ ਹਾਲ ਹੋਇਆ। ਮੁਸਲਮਾਨਾਂ ਦੀ ਮਸੀਤ ਤੋੜ ਕੇ ਉੱਥੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਯੋਧਾ ਦੀ ਮਸੀਤ ਹਿੰਦੂ ਮੰਦਰ। ਯਾਨੀ ਕਿ ਸੁਪਰੀਮ ਕੋਰਟ ਵੀ ਤੁਹਾਡੇ ਮੁਤਾਬਿਕ ਸਰਕਾਰ ਮੁਤਾਬਿਕ ਚੱਲ ਰਹੀ ਹੈ। ਤੁਸੀਂ ਦਿੱਲੀ ਵਿੱਚ ਕਿਉਂ ਨਹੀਂ ਕਿਸਾਨਾਂ ਦੇ ਹੱਕ ਬੋਲ ਰਹੇ? ਇਸ ਕਰਕੇ ਮੈਂ ਜਾਣਦਾ ਨਹੀਂ ਕਿ ਕਿਤੇ ਬੇਇੱਜ਼ਤੀ ਨਾ ਹੋਵੇ। ਜਿਹੜਾ ਹੋਰ ਨੈਸ਼ਨਲ ਕਾਨੂੰਨ ਬਣਾਏ ਆ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ, ਕੱਲ੍ਹ ਨੂੰ ਤਾਂ ਮੈਨੂੰ ਵੀ ਕਹਿ ਦੇਣਗੇ ਤੂੰ ਤਾਂ ਪਾਕਿਸਤਾਨ ਤੋਂ ਆਇਆ। ਨੋਟਬੰਦੀ ਨਾਲ ਦੇਸ਼ ਦਾ ਭਲਾ ਹੋਇਆ, ਕਾਲਾ ਧਨ ਵਾਪਸ ਆ ਸਕਦਾ ਹੈ। ਕਾਲਾ ਧਨ ਤਾਂ ਵਾਪਸ ਨਹੀਂ ਆਇਆ, ਸਾਰਾ ਤਾਂ BJP ਦਾ ਧਨ ਹੈ, ਕਾਂਗਰਸ ਦਾ। ਸਕਾਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਕਿਰਨ ਵਸਿਸ਼ਟ। ਜੇਕਰ ਗੱਲ ਕੀਤੀ ਜਾਵੇ ਕਿ ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਹਰੇਕ ਇਨਸਾਨ ਦੀ ਨਿਗਾਹ ਟਿਕੀ ਹੋਈ ਹੈ ਕਿ ਆਖਿਰਕਾਰ ਕਿਸਾਨਾਂ ਦੇ ਖਿਲਾਫ ਜਿਹੜੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨੇ ਉਹ ਰੱਦ ਹੋਣਗੇ ਜਾਂ ਨਹੀਂ ਹੋਣਗੇ। ਕਈ ਮੀਟਿੰਗਾਂ ਹੋ ਚੁੱਕੀਆਂ ਨੇ, ਕਿਸਾਨ ਠੰਡ ਵਿੱਚ ਬੈਠੇ ਹੈਗੇ ਨੇ। ਪੂਰੇ ਵਿਸ਼ਵ ਦੇ ਜਿਹੜੇ ਪੰਜਾਬੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੱਕ ਰਹੇ ਨੇ, ਚਾਹੇ ਆਪਣੀ ਗੱਡੀਆਂ ਦੇ ਪਿੱਛੇ ਬੈਨਰ ਲਗਾ ਕੇ, ਚਾਹੇ ਰੋਡ ਉੱਪਰ ਨਿਕਲ ਕੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਜਾਵੇ। ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਚਾਹੇ ਕਾਂਗਰਸ ਹੈ ਤੇ ਚਾਹੇ ਅਕਾਲੀ ਦਲ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ, ਉਹ ਵੀ ਕਿਸਾਨਾਂ ਦੇ ਹੱਕ ਵਿੱਚ ਕੁਝ ਨਾ ਕੁਝ ਜ਼ਰੂਰ ਕਰ ਰਹੀ ਹੈ। ਜਦਕਿ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਸਟੇਜ ਸਾਂਝੀ ਨਾ ਕਰਨ ਦੀ ਗੱਲ ਕਹੀ ਗਈ ਹੈ ਰਾਜਨੀਤਿਕ ਲੋਕਾਂ ਨੂੰ। ਪਰੰਤੂ ਇਸ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕਿ ਰਾਜਨੀਤੀ ਪੰਜਾਬ ਦੀ ਉਦੋਂ ਹੀ ਸੰਪੂਰਨ ਹੁੰਦੀ ਹੈ ਜਦੋਂ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਯਾਨੀ ਕਿ ਸਿਮਰਨਜੀਤ ਸਿੰਘ ਮਾਨ ਦਾ ਨਾਮ ਆਉਂਦਾ ਹੈ। ਉਹਨਾਂ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ, ਕੋਈ ਵੀਡੀਓ ਸਾਹਮਣੇ ਨਹੀਂ ਆਈ। ਕਾਰਨ ਕੀ ਰਿਹਾ ਉਹ ਜਾਣਨ ਵਾਸਤੇ ਅਸੀਂ ਪਹੁੰਚਿਆ ਸਿਮਰਨਜੀਤ ਸਿੰਘ ਮਾਨ ਜੀ ਹੋਰਾਂ ਕੋਲੇ। ਮਾਨ ਸਾਹਿਬ ਤੁਹਾਡਾ ਸਵਾਗਤ ਹੈ ਸਕਾਈ ਦੇ ਉੱਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ। ਅਸੀਂ ਬਿਆਨ ਦੇ ਰਹੇ ਹਾਂ ਕਿਸਾਨਾਂ ਦੇ ਹੱਕ 'ਚ, ਕਿਉਂ ਕਰਕੇ ਸਾਡੇ ਪੰਜਾਬ ਦੇ ਲੋਕਾਂ ਦੇ ਦੋ ਕਿੱਤੇ ਹੈਗੇ ਆ। ਇੱਕ ਤਾਂ ਜ਼ਿਮੀਂਦਾਰੀ ਹੈ, ਦੂਜੀ ਟਰਾਂਸਪੋਰਟ ਹੈ। ਅੱਜ ਕਿਸਾਨਾਂ ਨੇ ਮੋਰਚਾ ਲਾਇਆ ਜਿਹੜਾ ਜਾਇਜ਼ ਹੈ। ਜਿਹੜੇ ਦਿੱਲੀ ਨੇ ਤੇ BJP RSS ਨੇ ਜਨੂਨੀ ਕਾਨੂੰਨ ਪਾਸ ਕਰਤੇ ਹੈ, ਕਿਉਂ ਕਰਕੇ ਉਹਦੇ ਵਿੱਚ ਕੋਈ ਵੀ ਕਿਸਾਨ ਦਾ ਬੱਚਾ ਨਹੀਂ ਬੈਠਾ ਤੇ ਪੇਂਡੂ ਆਦਮੀ ਜਾਂ ਇਕੋਨਮਿਸਟ ਨਹੀਂ ਸੀ ਬੈਠਾ। ਇਹ ਸ਼ਹਿਰਾਂ ਦੇ ਬੰਦੇ ਹੈ, ਇਹ ਟਰੇਡਰਸ ਨੇ, ਹਲਵਾਈ ਨੇ, ਕੈਪੀਟਲਿਸਟ ਨੇ, ਜਿਨ੍ਹਾਂ ਨੇ ਕਾਨੂੰਨ ਆਪਣੇ ਹੱਕ ਦੇ ਵਿੱਚ ਬਣਾ ਲਏ। ਅਸੀਂ ਇਹਨਾਂ ਦੇ ਬਿਲਕੁਲ ਖਿਲਾਫ ਹੈਗੇ ਹਾਂ। ਗੱਲ ਰਹੀ ਕਿ ਮੈਂ ਅਜੇ ਤੱਕ ਦਿੱਲੀ ਕਿਉਂ ਨਹੀਂ ਗਿਆ। ਸਾਡਾ ਮੋਰਚਾ ਲੱਗਿਆ ਹੋਇਆ ਦਿੱਲੀ ਦੇ ਕੋਲੇ ਬਰਾੜੀ ਜਗ੍ਹਾ ਦੇ ਵਿੱਚ, ਉੱਥੇ ਕਾਮਯਾਬ ਹੈਗਾ। ਕਿਉਂ ਕਰਕੇ ਜਿਹੜੇ ਕਿਸਾਨ ਸਟੇਜ ਹੈਗੇ ਆ ਉਹ ਕਹਿੰਦੇ ਆ ਕਿ ਅਸੀਂ ਕਿਸੇ ਸਿਆਸੀ ਬੰਦੇ ਨੂੰ ਨਹੀਂ ਲੈ ਕੇ ਆਉਣਾ। ਹੁਣ ਮੈਂ ਸਾਰੀ ਉਮਰ ਜੱਦੋਜਹਿਦ ਚਲਾਤੀ ਹੈ, ਜੇ ਮੈਨੂੰ ਵੀ ਸਿਆਸੀ ਸਮਝਦੇ ਹੈ, ਇਸ ਕਰਕੇ ਮੈਂ ਜਾਂਦਾ ਨਹੀਂ ਕਿ ਕਿਤੇ ਬੇਇੱਜ਼ਤੀ ਨਾ ਹੋਵੇ। ਅਤੇ ਇਹਨਾਂ ਦੇ ਹੱਕ 'ਚ ਅਸੀਂ ਬੋਲਦੇ ਹਾਂ ਕਿ ਦਿੱਲੀ ਨੂੰ ਇਹਨਾਂ ਦੇ ਹੱਕ ਪੂਰੇ ਦੇਣੇ ਚਾਹੀਦੇ ਹੈ। ਦੂਜੇ ਪਾਸੇ ਸਿੱਖ ਜਿਹੜੇ ਹੈਗੇ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾ ਅਸੀਂ ਹਿੰਦੂ ਹੈ ਨਾ ਅਸੀਂ ਮੁਸਲਮਾਨ ਹੈ। ਜੇ ਹਿੰਦੂ ਦਿੱਲੀ ਦੇ ਕੋਲੋਂ ਤੁਸੀਂ ਹੱਕ ਮੰਗਣ ਜਾ ਰਹੇ ਹੋ, ਦੂਜੇ ਪਾਸੇ ਜੇ ਵਾਘੇ ਦੇ ਵਿੱਚ ਵੀ ਚਲੇ ਜਾਓ, ਉੱਥੇ ਵੀ ਅਸੀਂ ਆਪਣੀ ਸਟੇਜ ਲਾਈਏ
ਕਿ ਬਾਰਡਰ ਤੁਸੀਂ ਖੋਲ੍ਹੋ ਪਾਕਿਸਤਾਨ ਦੇ ਨਾਲ, ਅਤੇ WTO ਦੇ ਮੁਤਾਬਕ ਖੁੱਲ੍ਹੇ ਬਾਰਡਰ ਹੋਣੇ ਚਾਹੀਦੇ ਹੈ। ਹੁਣ ਤੁਸੀਂ ਦੇਖੋ ਕਿੰਨੀ ਸਾਡੇ ਨਾਲ ਬੇਇਨਸਾਫੀ ਹੈ ਕਿ ਹਿੰਦ ਦੀ ਸਰਕਾਰ ਸਾਨੂੰ ਭਾਅ ਨਹੀਂ ਦੇ ਰਹੀ ਸਾਡੀਆਂ ਜਿਨਸਾਂ ਦੇ, ਅਤੇ ਪਾਕਿਸਤਾਨ ਦੇ ਵਿੱਚ ਕਣਕ ਦੀ ਘਾਟ ਪੈ ਗਈ ਹੈ। ਰੂਸ ਤੋਂ ਇੰਨੀ ਦੂਰੋਂ ਮੰਗਾ ਰਹੇ ਹੈ, ਅਤੇ ਸਾਡੀ ਵੱਟ ਨਾਲ ਲੱਗਦੀ ਹੈ ਪਾਕਿਸਤਾਨ ਦੇ ਨਾਲ। ਇੱਥੋਂ ਕਣਕ ਕਿਉਂ ਨਹੀਂ ਜਾ ਸਕਦੀ? ਦੂਜੀ ਗੱਲ ਹੈ, ਜਿਹੜੀ ਬਾਸਮਤੀ ਹੈ ਸਾਡੀ, ਉਹ 1800 ਰੁਪਈਆ ਕੁਇੰਟਲ ਇੱਥੇ ਵਿਕ ਰਹੀ ਹੈ, ਜਿਹਦਾ ਭਾਅ ਈਰਾਨ ਦੇ ਵਿੱਚ 5000 ਤੋਂ 6000 ਰੁਪਈਆ ਹੈਗਾ। ਹੁਣ ਜੇ ਬਾਰਡਰ ਖੁੱਲ੍ਹ ਜਾਣ, ਨਾਲੇ ਤਾਂ ਸਾਡੀ ਕਣਕ ਇਸਲਾਮਿਕ ਮੁਲਕਾਂ 'ਚ ਚਲੀ ਜਾਵੇ, ਸੈਂਟਰਲ ਏਸ਼ੀਅਨ ਮੁਲਕਾਂ ਦੇ ਵਿੱਚ ਚਲੀ ਜਾਵੇ। ਈਰਾਨ ਦੇ ਵਿੱਚ ਜਦੋਂ ਸਾਡੀ ਬਾਸਮਤੀ ਜਾਂਦੀ ਹੈ, ਉੱਥੇ 5000 ਤੋਂ 6000 ਰੁਪਈਆ ਕੁਇੰਟਲ ਵਿਕਦੀ ਹੈ, ਅਤੇ ਜੇ ਟਰਾਂਸਪੋਰਟ ਸਾਡੇ ਨੌਜਵਾਨ ਟਰਾਂਸਪੋਰਟ ਦੇ ਵਿੱਚ ਭਰਤੀ ਹੋ ਜਾਣ, ਤਾਂ ਮੇਰਾ ਮਤਲਬ ਹੈ ਕਿੰਨਾ ਪੈਸਾ ਲੱਗ ਜੂਗਾ ਇੱਕ ਟਰੱਕ ਨੂੰ ਈਰਾਨ ਪਹੁੰਚਾਉਂਦੇ ਹੋਏ? 1500 ਲੱਗ ਜੂਗਾ, 1000 ਰੁਪਈਆ ਲੱਗ ਜੂਗਾ। ਉੱਥੇ 6000 ਰੁਪਏ ਨੂੰ ਇਹ ਜਿੰਸ ਵਿਕ ਰਹੀ ਹੈ। ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ ਕਿ ਉੱਥੇ ਮੁੱਲ ਵੀ ਮਿਲ ਰਿਹਾ ਹੈ, ਕਿ ਉੱਥੇ ਘਾਟ ਵੀ ਹੈ, ਰੂਸ ਤੋਂ ਸਾਰਾ ਕੁਝ ਮੰਗਾਇਆ ਜਾ ਰਿਹਾ ਹੈ। ਇਹ ਸਾਰਾ ਕੁਝ ਤੁਹਾਨੂੰ ਨੌਲੇਜ ਹੈ। ਇਸੇ ਨੌਲੇਜ ਨੂੰ ਲੈ ਕੇ ਤੁਸੀਂ ਦਿੱਲੀ ਵਿੱਚ ਕਿਉਂ ਨਹੀਂ ਕਿਸਾਨਾਂ ਦੇ ਹੱਕ ਵਿੱਚ ਪਹੁੰਚ ਰਹੇ? ਇਹ ਜਿਹੜਾ ਸਵਾਲ ਹੈਗਾ ਜ਼ਰੂਰ ਸਭ ਦੇ ਦਿਮਾਗ 'ਚ ਘੁੰਮ ਰਿਹਾ ਹੈਗਾ। ਜੇ ਗੱਲ ਕੀਤੀ ਜਾਂਦੀ ਕਿ ਖਾਲਿਸਤਾਨੀ ਦੀ ਜਾਂ ਰੈਫਰੈਂਡਮ 2020 ਦੀ, ਉਹ ਇਲਜ਼ਾਮ ਤਾਂ ਹੁਣ ਵੀ ਲੱਗ ਰਹੇ ਨੇ ਕਿਸਾਨਾਂ ਦੇ। ਨਹੀਂ ਜੀ, ਮੈਨੂੰ ਇਲਜ਼ਾਮ ਤਾਂ ਨਹੀਂ ਕੋਈ ਡਰ, ਕਿਉਂ ਕਰਕੇ ਇਹ ਮੈਂ ਤਾਂ ਸ਼ੁਰੂ ਤੋਂ, ਹੁਣ ਜੇ IPS ਦੀ ਨੌਕਰੀ ਛੱਡੀ ਹੈ ਜੀ, ਮੈਂ ਹੋਰ ਤਾਕਤ ਕੀ ਲੈਣੀ ਹੈ? ਮੈਂ ਤਾਂ ਸੇਵਾ ਕਰ ਰਿਹਾ ਸਿੱਖ ਕੌਮ ਦੀ ਅਤੇ ਪੰਜਾਬ ਦੀ ਜੀ, ਅਤੇ ਮੈਂ ਤਾਂ ਚਾਹੁੰਦਾ ਕਿ ਇਹ ਉੱਥੇ ਅਸੀਂ ਬੋਲੀਏ। ਪਰ ਜਦੋਂ ਉੱਥੇ ਕਾਮਰੇਡ ਕਹਿੰਦੇ ਹੈ ਕਿ ਸਿਆਸੀ ਬੰਦਾ ਕੋਈ ਬੋਲ ਹੀ ਨਹੀਂ ਸਕਦਾ, ਜੀ, ਅਤੇ ਜਿਹੜੇ ਲਾਲ ਝੰਡੇ ਲੱਗੇ ਹੋਏ ਹੈ ਉਹ ਵੀ ਤਾਂ ਸਿਆਸੀ ਹੈ, ਅਤੇ ਜੇ ਸਾਡਾ ਇਹ ਕੇਸਰੀ ਝੰਡਾ ਉੱਥੇ ਹੈਗਾ, ਉਹਦੇ 'ਤੇ ਉਹਨਾਂ ਨੂੰ ਤਕਲੀਫ ਹੁੰਦੀ ਹੈ। ਹੁਣ ਰਾਜੋਵਾਲ ਸਾਹਿਬ ਨੇ ਬੜਾ ਬਿਆਨ ਦਿੱਤਾ ਹੈ ਜੀ, ਕਿ ਇੱਥੇ ਇਹੋ ਜਿਹੇ ਕੇਸਰੀ ਨਿਸ਼ਾਨ ਨਹੀਂ ਹੋਣੇ ਚਾਹੀਦੇ। ਜੇ ਲਾਲ ਝੰਡੇ ਹੈਗੇ, ਕੇਸਰੀ ਕਿਉਂ ਨਹੀਂ ਹੋਣੇ? ਹੁਣ ਸਾਡੀ ਤਾਂ ਕਾਮਰੇਡਾਂ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਹੈਗੀ ਜੀ। 1943 ਦੇ ਵਿੱਚ CPI ਨੇ, ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਖਾਲਿਸਤਾਨ ਦਾ ਮਤਾ ਲਿਖਿਆ ਸੀਗਾ। ਮਾਸਕੋ ਦੀ ਰਾਜਧਾਨੀ, ਜਿਹੜੀ ਉਸ ਵੇਲੇ ਸਾਰੇ ਕਮਿਊਨਿਸਟਾਂ ਦੀ ਰਾਜਧਾਨੀ ਸੀ, ਸਟੈਲਿਨ ਨੇ ਉਸ ਨੂੰ ਦਰਜ ਕੀਤਾ ਅਤੇ ਮੰਨਿਆ। ਪਰ 1947 ਦੇ ਵਿੱਚ ਕਾਮਰੇਡ ਖਾਲਿਸਤਾਨ ਨੂੰ ਛੱਡ ਕੇ ਹਿੰਦੂਤਵਾ ਦੇ ਵਿੱਚ ਚਲੇ ਗਏ। ਸਾਨੂੰ ਕਹਿੰਦੇ ਆ ਕਿ ਅਸੀਂ ਖਾਲਿਸਤਾਨੀ ਹੈ। ਭਾਈ ਤੁਸੀਂ ਆਪ ਤਾਂ ਸਾਨੂੰ ਖਾਲਿਸਤਾਨ 'ਚ ਲਾਇਆ। ਸਾਡਾ ਸਿੱਖਾਂ ਦਾ ਮਤਾ 1946 'ਚ ਪਾਸ ਹੁੰਦਾ ਹੈ, ਜਦੋਂ ਬੇਅੰਤ ਸਿੰਘ ਕੁੱਕੜ SG ਮੈਂਬਰ ਨੇ ਸਾਰੇ ਹਾਲ ਦੇ ਵਿੱਚ ਉਹਨੂੰ ਪ੍ਰੈਜ਼ੈਂਟ ਕੀਤਾ ਕਿ ਖਾਲਿਸਤਾਨ ਦਾ, ਅਤੇ ਸਰਬਸੰਮਤੀ ਦੇ ਨਾਲ ਸਾਰੇ ਮੈਂਬਰਸ ਮਾਸਟਰ ਤਾਰਾ ਸਿੰਘ ਨੇ ਤਈਦ ਕਰਕੇ ਉਹਨੂੰ ਪਾਸ ਕੀਤਾ। ਹੁਣ ਇਹ ਮਤਾ ਤਾਂ ਕਾਮਰੇਡਾਂ ਦਾ, ਪਰ ਉਹ ਕਹਿੰਦੇ ਆ ਕਿ ਜੀ ਸਿੱਖ ਮੰਗਦੇ ਆ ਖਾਲਿਸਤਾਨ, ਇਸ ਕਰਕੇ ਸਿਆਸੀ ਬੰਦੇ ਹੈ ਅਤੇ ਇਹਨਾਂ ਨੂੰ ਅਸੀਂ ਸਟੇਜ 'ਤੇ ਨਹੀਂ ਚੜ੍ਹਨ ਦੇਣਾ। ਗੱਲ ਸਟੇਜ ਦੀ ਹੀ ਹੋ ਰਹੀ ਹੈ। ਤੁਸੀਂ ਕਹਿੰਦੇ ਸਟੇਜ 'ਤੇ ਨਹੀਂ ਚੜ੍ਹਨ ਦੇਣਾ। ਜੇ ਅਸੀਂ ਹੋਰ ਬਾਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉੱਥੇ ਪਹੁੰਚੀਆਂ ਹੋਈਆਂ ਨੇ, ਅਕਾਲੀ ਦਲ ਦੀ ਗੱਲ ਕਰਦੇ ਹੈਗੇ ਆ ਜਾਂ ਕਾਂਗਰਸ ਦੀ ਗੱਲ ਕਰਦੇ ਆ, ਕਾਂਗਰਸ ਨੇ ਤਾਂ ਆਪਣੇ ਜਿਹੜੇ MPs ਹੈਗੇ ਨੇ ਉਹ ਜੰਤਰ ਮੰਤਰ 'ਤੇ ਬਿਠਾਤੇ। ਆਪਾਂ ਵੀ ਕੋਈ ਇਹੋ ਜਿਹਾ ਹੱਲ ਲੱਭ ਸਕਦੇ ਸੀਗੇ। ਇਹਨਾਂ ਦੀ ਗੱਲ ਹੈ ਜੀ, ਇਹ ਤਾਂ ਆਪਣੇ ਲਈ ਪਾਵਰ ਮੰਗਦੇ ਆ ਜੀ। BJP, ਬਾਦਲ ਦਲੀਏ ਅਤੇ ਇਹ ਕਾਂਗਰਸੀ ਹੈ। ਅਸੀਂ ਤਾਂ ਨਹੀਂ ਮੰਗਦੇ ਆਪਣੇ ਲਈ, ਅਸੀਂ ਲੋਕਾਂ ਦੇ ਲਈ ਪਾਵਰ ਮੰਗਦੇ ਹਾਂ। ਤੁਸੀਂ ਇਹਨਾਂ ਦੀ ਹਿਸਟਰੀ ਪੜ੍ਹੋ ਸਾਰਿਆਂ ਦੀ, ਬਾਦਲਾਂ ਦੀ, ਕਾਂਗਰਸ ਦੀ। ਇਹਨਾਂ ਨੇ ਆਪਣੇ ਬਹੁਤ ਵੱਡੇ ਵੱਡੇ ਖਾਨਦਾਨ ਬਣਾ ਲਏ ਹੈ, ਬਹੁਤ ਜ਼ਿਆਦਾ ਇਹਨਾਂ ਦੇ ਕੋਲ ਪ੍ਰੋਪਰਟੀ ਹੈਗੀ ਹੈ। ਅਸੀਂ ਤਾਂ ਕਹਿੰਦੇ ਹਾਂ ਕਿ ਕਿਸਾਨਾਂ ਦਾ, ਰਣਜੀਤੇ ਸਿੱਖਾਂ ਦਾ, ਜਿਹੜੇ ਖੇਤ ਮਜ਼ਦੂਰ ਹੈ ਉਹਨਾਂ ਦਾ ਫਾਇਦਾ ਹੋਵੇ, ਜਿਹੜੇ ਸਾਡੇ ਟਰੇਡਰ ਹੈ ਉਹਨਾਂ ਦਾ ਵੀ ਫਾਇਦਾ ਹੋਵੇ। ਕਿਉਂ ਕਰਕੇ ਅਸੀਂ ਦੇਖਿਆ ਕਿ ਜਿੱਧਰ ਨੂੰ ਨਹਿਰਾਂ ਰਾਜਸਥਾਨ 'ਚ ਗਈ ਹੈ, ਉੱਥੇ ਸਿੱਖ ਜ਼ਿਮੀਂਦਾਰ ਗਏ ਹੈ ਨਹਿਰਾਂ ਦੇ ਨਾਲ ਸਾਡੇ ਪੰਜਾਬ ਦੇ ਬਾਣੀਏ ਲਾੜੇ ਸਾਰੇ ਰਾਜਸਥਾਨ ਦੇ ਵਿੱਚ ਉਹੀ ਹੈਗੇ ਆ, ਆੜ੍ਹਤੀਏ ਸਾਡੇ ਹਿੰਦੂ ਲਾਲੇ ਬਾਣੀਏ ਹੈਗੇ ਆ।
ਸੋ ਮੈਂ ਕਹਿੰਦਾ ਕਿ ਹਿੰਦੂਆਂ ਨੂੰ ਖਾਲਿਸਤਾਨ ਤੋਂ ਡਰ ਨਹੀਂ ਹੈਗਾ, ਕਿਸੇ ਤੋਂ ਨਹੀਂ ਡਰ ਹੈਗਾ। ਤੁਹਾਡੀ ਤਾਂ ਜੇ ਸਾਡਾ ਬਾਰਡਰ ਪਾਕਿਸਤਾਨ ਨਾਲ ਖੁੱਲ੍ਹਦਾ ਹੈ ਤੇ ਟ੍ਰੇਡ ਤਾਂ ਤੁਸੀਂ ਕਰਨੀ ਹੈ, ਅਸੀਂ ਤਾਂ ਸਿਰਫ ਮਾਲ ਢੋਣਾ ਹੈ ਤੇ ਜਿਨਸ ਨੂੰ ਪੈਦਾ ਕਰਨਾ। ਜੀ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਕਿ ਮਿਹਨਤ ਦੀ ਤੁਸੀਂ ਗੱਲ ਕਰ ਰਹੇ ਹੈਗੇ ਹੋ, ਉਹ ਪੰਜਾਬੀ ਦੇ ਹੱਕ 'ਚ ਵੀ ਹੈ ਵੀ ਪੰਜਾਬੀ ਮਿਹਨਤ ਕਰਕੇ ਕੁਝ ਵੀ ਕਰ ਸਕਦੇ ਹੈਗੇ ਨੇ। ਜੇਕਰ ਗੱਲ ਕੀਤੀ ਜਾਵੇ ਕਿ ਇਸ ਵੇਲੇ ਦੀ ਜਿਹੜੀ ਗੱਲ ਹੈਗੀ ਹੈ, ਵਾਰ-ਵਾਰ ਉਹੀ ਗੱਲ ਜਿਹੜੀ ਜ਼ਿਆਦਾ ਹਾਈਲਾਈਟ ਹੋ ਰਹੀ ਹੈ ਕਿ ਕਿਸਾਨ ਮੂਵਮੈਂਟ ਦੇ ਵਿੱਚ ਖਾਲਿਸਤਾਨੀ ਨੇ, ਕਿ ਖਾਲਿਸਤਾਨ ਦੀ ਗੱਲ ਹੁੰਦੀ ਹੈਗੀ ਆ, ਜਿਹੜੇ ਲੋਕ ਲੰਗਰ ਚਲਾ ਰਹੇ ਨੇ ਉਹਨਾਂ ਨੂੰ ਵੀ ਸਰਕਾਰ ਵੱਲੋਂ ਖਾਲਿਸਤਾਨੀ ਦੱਸਿਆ ਜਾਂਦਾ। ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ? ਇਹ ਤਾਂ ਮੁਸ਼ਕਿਲ ਹੈ ਜੀ, ਸਰਕਾਰ ਦਾ ਸੋਚਣਾ। ਹੁਣ ਜੋ ਭਗਵਤ ਸਾਹਿਬ ਜਿਹੜੇ RSS ਦੇ ਮੁਖੀ ਨੇ, ਉਹ ਕਹਿੰਦੇ ਆ ਸਾਰੇ ਹਿੰਦੂ ਨੈਸ਼ਨਲਿਸਟ ਨੇ ਜੀ, ਤੇ ਇਹਦਾ ਮਤਲਬ ਹੈ ਕਿ ਸਿੱਖ, ਮੁਸਲਮਾਨ, ਈਸਾਈ, ਬੋਧੀ ਉਹ ਨੈਸ਼ਨਲਿਸਟ ਨਹੀਂ ਹੈ, ਉਹ ਇੰਡੀਆ ਦੇ ਨਾਲ ਨਹੀਂ ਹੈ। ਆਪ ਹੀ ਜਦੋਂ RSS ਦਾ ਮੁਖੀ ਕਹਿੰਦਾ ਹੈ ਕਿ ਸਾਰੇ ਹਿੰਦੂ ਕੌਮੀਅਤ ਦੇ ਵਿੱਚ ਆਏ ਹੋਏ ਹੈ। ਸੋ ਮੇਰਾ ਮਤਲਬ ਹੈ ਕਿ ਇਹਨਾਂ ਨੇ ਤਾਂ ਮੁਖਾਲਫਤ ਸਾਡੀ ਕਰਨੀ ਹੈ, ਅਤੇ ਜਿੰਨਾ ਚਿਰ ਆਪਾਂ ਤਕੜੇ ਹੋ ਕੇ ਸੰਘਰਸ਼ ਨਹੀਂ ਕਰਦੇ, ਜਦੋਜਹਿਦ ਨਹੀਂ ਕਰਦੇ, ਅਸੀਂ ਆਪਣੇ ਹੱਕ ਨਹੀਂ ਲੈ ਸਕਦੇ। ਅਤੇ ਜੇ ਅਸੀਂ ਹੱਕ ਲੈਣੇ ਹੈ ਤਾਂ ਸਾਡੀ ਇੰਡੀਪੈਂਡੈਂਟ ਸੋਵਰਨ ਸਿੱਖ ਸਟੇਟ ਹੋਣੀ ਚਾਹੀਦੀ ਹੈ, ਜਿਹੜੀ 3 ਨਿਊਕਲੀਅਰ ਪਾਵਰਸ, ਪਰਮਾਣੂ ਹਥਿਆਰਾਂ ਦੇ ਨਾਲ ਲਾਂਸ, ਇਸਲਾਮਤ ਪਾਕਿਸਤਾਨ, ਹਿੰਦੂ ਇੰਡੀਆ, ਕਮਿਊਨਿਸਟ ਚੀਨ, ਇਹਦੇ ਵਿੱਚ ਇੱਕ ਬਫਰ ਸਟੇਟ ਬਣ ਜੇ ਕਿ ਜਿਹੜਾ ਇਹਨਾਂ ਤਿੰਨਾਂ ਦਾ ਇੱਕ ਕੁੱਤੇ ਦਾ ਵੈਰ ਆ ਆਪਣੇ ਵਿੱਚ, ਇਹ ਸਿੱਖ ਬਫਰ ਸਟੇਟ ਇਸ ਦੱਖਣ ਏਸ਼ੀਆ ਨੂੰ ਹਮੇਸ਼ਾ ਦੇ ਲਈ ਅਮਨ ਦੀ ਬਾਂਸਰੀ ਵਜਾਉਣ ਵਾਲਾ ਇਲਾਕਾ ਬਣਾ ਸਕਦਾ। ਸੋ ਇਹ ਖਾਲਿਸਤਾਨ ਮਾੜੀ ਗੱਲ ਨਹੀਂ ਹੈ। ਹੁਣ ਲੱਦਾਖ ਦੇ ਵਿੱਚ ਹਿੰਦੂਤਵ ਤੋਂ ਇਹ ਤਾਂ ਆਪਣੇ ਬਾਰਡਰ ਦੀ ਰੱਖਿਆ ਹੀ ਨਹੀਂ ਕਰ ਸਕਦੇ ਜੀ। 67% ਜਿਹੜਾ ਵੀ ਇਹਨਾਂ ਦੇ ਕੋਲੇ ਅਸਲਾ ਹੈ ਉਹ ਤਾਂ ਬੇਕਾਰ ਹੈਗਾ, ਪੁਰਾਣਾ ਹੈਗਾ। ਅਤੇ ਇਹਨਾਂ ਨੇ 1962 ਦੇ ਵਿੱਚ ਚੀਨ ਨੂੰ ਲੱਦਾਖ ਦੇ ਵਿੱਚ 40,000 ਸਕੁਆਇਰ ਕਿਲੋਮੀਟਰ ਸਾਡੀ ਧਰਤੀ ਦੇ ਦਿੱਤੀ। ਪਿਛਲੇ ਸਾਲ ਅਪ੍ਰੈਲ ਤੋਂ ਲੈ ਕੇ ਅੱਜ ਤੱਕ ਚੀਨ ਦੇ ਕੋਲੇ ਲੱਦਾਖ ਦੇ ਵਿੱਚ ਫੇਰ ਘੁਸਪੈਠ ਹੋਈ ਹੈ, ਫੇਰ ਧਰਤੀ ਆਪਣੀ ਦੇਤੀ ਹੈ। ਪਰ ਜਿਹੜਾ ਲੱਦਾਖ ਦੇ ਨਾਲ ਸਾਡਾ ਪਿਆਰ ਹੈ ਸਿੱਖਾਂ ਦਾ, ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ 1834 ਦੇ ਵਿੱਚ ਲੱਦਾਖ ਫਤਿਹ ਕੀਤਾ ਸੀਗਾ, ਹਾਂਜੀ। ਅਤੇ ਸਾਨੂੰ ਪਿਆਰ ਹੈ। ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਲੋਕ ਸਾਡੇ ਬਾਰਡਰਾਂ ਦੀ ਰਾਖੀ ਕਿਉਂ ਨਹੀਂ ਕਰ ਸਕਦੇ ਹੈਗੇ। ਕੋਈ ਜਰਨੈਲ ਨਹੀਂ ਜੰਮਿਆ ਜਿਹੜਾ ਹੁਣ ਦੇਖੋ, ਸਰਦਾਰ ਸ਼ੁਭੇਗ ਸਿੰਘ ਜਨਰਲ ਸੀਗਾ, ਉਹਨੇ ਬੰਗਲਾਦੇਸ਼ ਦੇ ਵਿੱਚ ਮੁਕਤੀ ਬਾਹਿਨੀ ਬਣਾਈ, ਗੁਰੇਲਾ ਫੋਰਸ ਬਣਾਈ। ਉਹ ਨਾਲ ਦੀ ਨਾਲ ਜਿਹੜੀ ਇੰਡੀਆ ਦੀ ਆਰਮੀ ਸੀ ਉਹਦੇ ਨਾਲ ਚੱਲਦੀ ਸੀ ਅਤੇ ਪਿੱਛੇ ਫੌਜ ਦੇ ਲਈ ਰਸਤਾ ਕਲੀਅਰ ਕਰਦੀ ਸੀ ਮੁਕਤੀ ਬਾਹਿਨੀ ਗੁਰੇਲਾ। ਉਹਦੀ ਬੇਇੱਜ਼ਤੀ ਕੀਤੀ ਜਨਰਲ ਸ਼ੁਭੇਗ ਸਿੰਘ ਦੀ। ਉਹ ਦਰਬਾਰ ਸਾਹਿਬ ਆ ਗਿਆ ਸਨ ਜਰਨੈਲ ਸਿੰਘ ਦੇ ਕੋਲੇ। ਹੁਣ 6 ਤਰੀਕ ਨੂੰ ਆਪਰੇਸ਼ਨ ਬਲੂ ਸਟਾਰ ਹੁੰਦਾ। ਜਨਰਲ ਲੜਦਾ, ਇੰਡੀਆ ਮਾਰ ਦਿੰਦਾ, ਸ਼ਹੀਦ ਕਰ ਦਿੰਦਾ। ਉਹਦੀ ਬੋਡੀ ਨੂੰ ਇਹਨਾਂ ਨੇ ਚੱਕਿਆ ਨਹੀਂ। 6 ਜੂਨ ਨੂੰ ਹਮਲਾ ਹੁੰਦਾ ਫੌਜ ਦਾ, 9 ਜੂਨ ਨੂੰ ਉਹਦਾ ਸਰੀਰ ਚੱਕਿਆ ਜਾਂਦਾ ਹੈ। ਉਹਦੇ ਵਿੱਚ ਕੀੜੇ ਵੀ ਪੈ ਗਏ ਸੀ, ਮਲੱਪ ਵੀ ਪੈ ਗਏ ਸੀ, ਸਾਰਾ ਕੁਛ ਹੈ। ਇਹ ਸ਼ਰਮ ਦੀ ਗੱਲ ਹੈ ਕਿ ਇੱਕ ਜਰਨੈਲ ਦੀ ਦੂਜੇ ਜਰਨੈਲਾਂ ਨੇ ਬੇਇੱਜ਼ਤੀ ਕੀਤੀ। ਇੱਕ ਤਾਂ ਜਨਰਲ ਕੁਲਦੀਪ ਸਿੰਘ ਸੀਗਾ, ਇੱਕ ਸੁੰਦਰਜੀਤ ਸੀਗਾ, ਇੱਕ ਜਨਰਲ ਦਿਆਲ ਸੀਗਾ। ਜਦੋਂ ਇੱਕ ਜਰਨੈਲ ਬੇਸ਼ੱਕ ਦੂਜੇ ਪਾਸਿਓਂ ਲੜ ਰਿਹਾ ਹੈ, ਤੁਸੀਂ ਉਹਦੀ ਬੇਇੱਜ਼ਤੀ ਤਾਂ ਨਹੀਂ ਕਰ ਸਕਦੇ ਹੈਗੇ। ਬਿਲਕੁਲ ਜੀ, ਇਹ ਤਾਂ ਚਾਹੇ ਦੂਸਰੇ ਦੇਸ਼ ਦਾ ਵੀ ਹੋਵੇ ਤਾਂ ਵੀ ਨਹੀਂ ਕਰ ਸਕਦੇ। ਫਿਰ ਇੱਕੋ ਦੇਸ਼ ਦੇ ਸੀਗੇ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਉਦੋਂ ਦੀ ਗੱਲ ਕਰ ਰਹੇ ਹੈਗੇ, ਉਸ ਵੇਲੇ ਜੋ ਕੁਛ ਹੋਇਆ ਉਹ ਬੜਾ ਵੱਡਾ ਦੁਖਾਂਤ ਸੀਗਾ। ਜਿਹੜੇ ਤੁਹਾਡੇ ਹੁਣ ਦੇ ਸ਼ਬਦ ਨੇ ਕਿ ਆਪਣੇ ਬਾਰਡਰਾਂ ਦੀ ਰਾਖੀ ਨਹੀਂ ਕਰ ਸਕਦੇ, ਜੇਕਰ ਕੋਈ ਇਹੋ ਜਿਹੀ ਸਥਿਤੀ ਆਉਂਦੀ ਹੈ, ਕੋਈ ਜੰਗ ਲੱਗਣ ਦੀ ਸਥਿਤੀ ਆਉਂਦੀ ਹੈ, ਤੁਹਾਨੂੰ ਲੱਗਦਾ ਨਹੀਂ ਕਿ ਸਾਡੇ ਦੇਸ਼ ਦੀ ਆਰਮੀ ਉਹਨਾਂ ਨੂੰ ਨਜਿੱਠਣ ਲਈ ਸક્ષਮ ਹੈ? ਸਾਡੀ ਫੌਜ ਨਹੀਂ ਹੈਗੀ। ਪਿਛਲੀ ਲੜਾਈ ਜਦੋਂ ਪਾਕਿਸਤਾਨ ਨਾਲ ਹੋਈ ਸੀਗੀ ਜੀ, ਸਾਡੇ ਜ਼ਿਮੀਂਦਾਰਾਂ ਨੇ ਉਹਨਾਂ ਦੀਆਂ ਬੰਦੂਕਾਂ, ਹੈਵੀ ਆਰਟਿਲਰੀ ਤੋਪਾਂ
ਟਰੈਕਟਰਾਂ ਨਾਲ ਖਿੱਚ ਕੇ ਬਾਹਰ ਕੱਢੀਆਂ ਜਿੱਥੇ ਜੀ। ਫਸੀਆਂ ਹੋਈਆਂ ਸੀਗੀਆਂ। ਹੂੰ ਹੁਣ ਸਾਡੇ ਸਿੱਖਾਂ ਦੇ ਲਾਇਸੈਂਸ ਹੀ ਕਾਂਗਰਸ ਨੇ ਤੇ ਬੀਜੇਪੀ ਨੇ ਬੰਦ ਕਰਤੇ ਹੈ। ਹੁਣ ਤੁਸੀਂ ਰੋਜ਼ ਸੁਣਦੇ ਹੋ ਕਿ ਇਹ ਪਾਕਿਸਤਾਨ ਦੇ ਬਾਰਡਰ ਤੋਂ ਬਹੁਤ ਅਸਲਾ ਆ ਰਿਹਾ ਹੈ, ਕਈ ਡਰੋਨਸ ਦੇ ਰਾਹੀਂ ਆ ਰਿਹਾ ਹੈ, ਜੀ। ਕੋਈ ਸਰਾਖ ਥੱਲੇ ਕੱਢ ਕੇ ਆ ਰਿਹਾ ਹੈ। ਹੂੰ ਇਹ ਕਿੱਥੇ ਜਾਂਦਾ? ਮੇਰਾ ਮਤਲਬ ਕਹਿੰਦਾ ਅਸੀਂ ਫਰੰਟੀਅਰ ਦੇ ਲੋਕ ਹੈ, ਕੋਈ ਇਹੋ ਜਿਹਾ ਕ੍ਰਾਈਮ ਜਾਂ ਇਹੋ ਜਿਹਾ ਮੌਕਾ ਤਾਂ ਨਹੀਂ ਆਇਆ ਜਿੱਥੇ ਉਹ ਅਸਲਾ ਵਰਤਿਆ ਹੋਵੇ। ਉਹ ਇਹ ਖਪਤ ਕਿੱਥੇ ਹੋ ਰਿਹਾ? ਅਸਲੇ ਦੇ ਨਾਲ ਸਭ ਤੋਂ ਜਿਹੜੀ ਮਾੜੀ ਗੱਲ ਸਾਹਮਣੇ ਆਈ ਹੈ, ਉਸ ਅਸਲੇ ਦੇ ਨਾਲ ਜਿਹੜਾ ਨਸ਼ਾ ਬਾਹਰੋਂ ਆਉਂਦਾ ਉਹਦੀ ਜਿਹੜੀ ਸਭ ਤੋਂ ਵੱਡੀ ਦੁੱਖ ਹੈ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨੂੰ ਗਰਕ ਕਰ ਰਹੀ ਹੈ। ਤੇ ਦੂਸਰੇ ਪਾਸੇ ਪੰਜਾਬ ਦੀ ਜਵਾਨੀ ਨੂੰ ਲੋਕ ਇਸੇ ਗੱਲ ਕਰਕੇ ਮੁੱਦਾ ਬਣਾਉਂਦੇ ਨੇ, ਹਰੇਕ ਰਾਜਨੀਤਿਕ ਲੋਕ, ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਨਸ਼ੇ 'ਚ ਡੁੱਬੇ ਹੋਏ ਨੇ। ਸਰਕਾਰ ਦੇ ਕੋਲੇ ਬਾਰਡਰ ਹੈ ਜੀ। ਇਹ ਕਿਉਂ ਨਹੀਂ ਇਹ ਹਟਾਉਂਦੇ? ਜੇ ਪੰਜਾਬ ਦਾ ਨੌਜਵਾਨੀ ਮਰੀ ਜਾਂਦੀ ਹੈ, ਹੁਣ ਅਗਲੇ ਦਿਨ ਮੈਂ ਸੁਣਿਆ ਕਿ ਇਹ ਬਿਮਾਰੀ ਹਿਮਾਚਲ ਹਿੰਦੂਆਂ ਦੇ ਵਿੱਚ ਵੀ ਫੈਲ ਗਈ ਹੈ। ਜੇ ਸਾਨੂੰ ਕੋੜ ਹੋ ਗਿਆ ਸਿੱਖਾਂ ਨੂੰ, ਹੁਣ ਜਦੋਂ ਹਿੰਦੂਆਂ ਨੂੰ ਹੋਣ ਲੱਗ ਪਿਆ, ਹੁਣ ਇਹਨਾਂ ਨੂੰ ਹੋਸ਼ ਆਊਗੀ। ਤੇ ਜਿਹੜਾ ਮੈਂ ਅਸਲਾ ਦੀ ਗੱਲ ਕੀਤੀ ਹੈ, ਉਹ ਖਪਤ ਕਿੱਥੇ ਹੋ ਰਿਹਾ? ਉਹ ਲੋਕਾਂ ਦੇ ਜਿਨ੍ਹਾਂ ਨੂੰ ਲਾਇਸੈਂਸ ਨਹੀਂ ਮਿਲ ਰਹੇ, ਬਾਰਡਰ ਦਾ ਇਲਾਕਾ ਹੈ, ਫਰੰਟੀਅਰ ਦਾ ਇਲਾਕਾ ਹੈ। ਕੱਲ੍ਹ ਨੂੰ ਚੀਨ ਆ ਜੇ, ਪਾਕਿਸਤਾਨ ਆ ਜੇ, ਅਫਗਾਨਿਸਤਾਨ ਆ ਜੇ, ਤੇ ਸਾਡੇ ਕੋਲ ਅਸਲਾ ਤਾਂ ਹੋਣਾ ਚਾਹੀਦਾ ਆਪਣੀ ਰੱਖਿਆ ਦੇ ਲਈ। ਤੇ ਲਾਇਸੈਂਸ ਕਿਉਂ ਬੰਦ ਕੀਤੇ? ਸਾਡੇ ਤੇ ਕਿਉਂ ਸ਼ੱਕ ਕੀਤਾ ਜਾਂਦਾ? ਬਿਲਕੁਲ ਤੁਸੀਂ ਕਹਿ ਰਹੇ ਕਿਉਂ ਸ਼ੱਕ ਕੀਤਾ ਜਾਂਦਾ? ਸਰਕਾਰ ਨੂੰ ਸਿੱਧਾ ਸਵਾਲ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ। ਜੇਕਰ ਗੱਲ ਕੀਤੀ ਜਾਵੇਗੀ ਸਰ, ਤੁਸੀਂ ਬਹੁਤ ਲੰਬੇ ਸਮੇਂ ਤੋਂ ਰਾਜਨੀਤੀ ਨੂੰ ਵੀ ਸਮਝਦੇ ਹੋ, ਤੁਸੀਂ ਵਧੀਆ ਅਹੁਦੇ ਨੂੰ ਛੱਡ ਕੇ ਸਿੱਖੀ ਸੇਵਾ ਵੱਲ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਆਏ ਹੈਗੇ ਹੋ, ਉਸ ਸਭ ਦੇ ਚੱਲਦੇ ਹੋਏ ਸਰਕਾਰਾਂ ਆਈਆਂ ਵੀ ਗਈਆਂ ਵੀ। ਉਹਨਾਂ ਸਾਰੀਆਂ ਸਰਕਾਰਾਂ ਤੋਂ ਇਲਾਵਾ ਜੇ ਅੱਜ ਦੀ ਸਰਕਾਰ ਦੀ ਗੱਲ ਕਰੀਏ, ਅਸੀਂ ਕੇਂਦਰ ਸਰਕਾਰ ਦੀ ਗੱਲ ਕਰਾਂਗੇ, ਉਹਦੀਆਂ ਜਿਹੜੀਆਂ ਨੀਤੀਆਂ ਨੇ ਉਹ ਦੇਸ਼ ਦੇ ਹਿੱਤ ਵਿੱਚ ਕਿਹੜੀ ਨੀਤੀ ਲੱਗਦੀ ਹੈ ਤੁਹਾਨੂੰ? ਮੇਰਾ ਤਾਂ ਖਿਆਲ ਜੀ ਇਹ ਮੋਦੀ ਸਾਹਿਬ ਨੇ ਜਦੋਂ ਪਹਿਲਾਂ ਇਲੈਕਸ਼ਨ ਲੜੇ ਹੈ 2014 'ਚ, ਜੀ, ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀਗਾ ਕਿ ਮੈਂ 3 ਕਰੋੜ ਨੌਕਰੀਆਂ ਦਊਂਗਾ। ਜੀ। ਕੱਖ ਵੀ ਨਹੀਂ ਦਿੱਤਾ, ਹੁਣ ਤੱਕ ਵੀ ਨਹੀਂ ਕੁਛ ਦਿੱਤਾ। ਦੇਖੋ ਜਦੋਂ ਇਹ ਕੋਵਿਡ ਆਇਆ, ਸਾਡੇ ਜਿਹੜੇ ਕਾਮੇ ਸੀਗੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਕਿ ਉਹ ਪੈਦਲ ਜਾਂਦੇ ਜਾਂਦੇ ਮਰ ਗਏ। ਉਹ ਤਾਂ ਕਹਿੰਦੇ ਜੀ ਅਸੀਂ ਸਵੱਛ ਭਾਰਤ ਤੇ ਅਭਿਆਨ ਬੜੇ ਤੇਜ਼ੀ ਨਾਲ ਚਲਾਇਆ ਹੈਗਾ। ਬੱਚੇ ਜਿਹੜੇ ਹੈਗੇ ਨੇ, ਸਾਰੇ ਬੱਚਿਆਂ ਦੀ ਦੇਖਭਾਲ ਵਧੀਆ ਹੋ ਰਹੀ ਹੈਗੀ ਹੈ। ਮਹਿਲਾਵਾਂ ਨੂੰ ਰਸੋਈ ਗੈਸ ਸਸਤੀ ਕਰਤੀ ਹੈਗੀ ਹੈ। ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿ ਜਿਹੜੇ ਅਸੀਂ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਖਾਤੇ ਨਹੀਂ ਸੀ ਖੁੱਲ੍ਹਦੇ, ਖਾਤੇ ਖੁਲਵਾਏ ਹੈਗੇ ਨੇ, ਨੋਟਬੰਦੀ ਨਾਲ ਦੇਸ਼ ਦਾ ਭਲਾ ਹੋਇਆ, ਕਾਲਾ ਧਨ ਵਾਪਸ ਆ ਸਕਦਾ ਹੈ। ਕਾਲਾ ਧਨ ਤਾਂ ਵਾਪਸ ਨਹੀਂ ਆਇਆ, ਸਾਰਾ ਤਾਂ ਬੀਜੇਪੀ ਦਾ ਧਨ ਹੈ, ਕਾਂਗਰਸ ਦਾ। ਉਹ ਤਾਂ ਤਦੇ ਏਡੇ ਵੱਡੇ ਮੁਕੱਦਮੇ ਮੋਦੀ ਸਾਹਿਬ ਉਹ ਜਿਹੜਾ ਸ਼ਾਹੂਕਾਰ ਹੈ ਹੋਰਾਂ ਦੇ ਉੱਤੇ ਚੱਲ ਰਹੇ ਹੈ। ਧਨ ਤਾਂ ਸਾਰਾ ਇਹਨਾਂ ਨੇ ਬਾਹਰ ਕੱਢਤਾ। ਧਨ ਕਿਹੜਾ ਇਹਨਾਂ ਦੇ ਕੋਲੇ ਆਇਆ ਹੈਗਾ? ਕੋਈ ਧਨ ਨਹੀਂ ਆਇਆ। ਜੇ ਆਇਆ ਹੁੰਦਾ ਅੱਜ ਫਿਰ ਇਹ ਇੰਡੀਆ ਸੋਨੇ ਦੀ ਚਿੜੀ ਨਾ ਬਣਿਆ ਹੁੰਦਾ। ਪਰ ਆਪਣੇ ਕੋਲੇ ਜੇ ਪੈਸਾ ਹੋਵੇ, ਸਾਡੀ ਫੌਜ ਵਧੀਆ ਹੋਵੇ, ਉਹਦੇ ਕੋਲੇ ਸ਼ਸਤਰ ਵਧੀਆ ਹੋਣ, ਸਾਡੀ ਡਿਪਲੋਮੇਸੀ ਜਿਹੜੀ ਹੈਗੀ ਹੈ ਸਫੀਦ ਵਧੀਆ ਹੋਣ, ਬਿਲਕੁਲ ਭੱਠਾ ਬੈਠਾ ਪਿਆ ਕਿ ਇਹ ਬਿਲਕੁਲ ਫੋਰਨ ਪਾਲਿਸੀ ਫੇਲ ਹੋਈ ਪਈ ਹੈ, ਫਿਰ ਆਪਣੀ ਮਿਲਟਰੀ ਪਾਲਿਸੀ ਫੇਲ ਹੋਈ ਹੈ। ਉਹਦਾ ਸਬੂਤ ਤਾਂ ਮੈਂ ਇਹ ਦਿੰਦਾ ਕਿ ਇਹ ਤਾਂ ਆਪਣੇ ਲਦਾਖ ਦੇ ਵਿੱਚ ਵੜ ਗਏ ਹੈ ਅਤੇ ਇਹਨਾਂ ਤੋਂ ਬਾਹਰ ਕਢਾਉਣ ਦੀ ਹੁਣ ਇਹਨਾਂ ਦੇ ਕੋਲ ਸ਼ਕਤੀ ਹੈ ਨਹੀਂ ਗੀ। ਹੁਣ ਤੁਸੀਂ ਮੈਨੂੰ ਦੱਸੋ, ਜੇ ਕੁਵੈਟ ਦੀ, ਅਮਰੀਕਾ ਦੀ, ਆਸਟ੍ਰੇਲੀਆ ਅਤੇ ਜਾਪਾਨ ਦੀ ਅਮਦਾਦ ਮਿਲਟਰੀ ਇਹ ਲੈਣਾ ਚਾਹੁੰਦੇ ਹੈ, ਉਹ ਕਿਵੇਂ ਮਿਲੂਗੀ? ਉਹ ਕਿਉਂ ਇਹਨਾਂ ਦੇ ਲਈ ਜਾ ਕੇ ਲੜਨਗੇ? ਇੱਥੇ ਨਾ ਤਾਂ ਇਹਨਾਂ ਦੇ ਮੁਸਲਮਾਨਾਂ ਨਾਲ ਬਣਦੀ ਹੈ, ਨਾ ਸਿੱਖਾਂ ਨਾਲ। ਕਸ਼ਮੀਰ ਦਾ ਕਿੱਡਾ ਬੁਰਾ ਹਾਲ ਹੋਇਆ, ਉੱਥੇ ਫੌਜ ਰੋਜ਼ 10 ਬੰਦੇ ਮਾਰ ਦਿੰਦੀ ਹੈ ਅਤੇ ਉਹਦੀ ਕੋਈ ਇਨਕੁਆਇਰੀ ਨਹੀਂ, ਕੋਈ ਜੁਡੀਸ਼ਲ ਨਹੀਂ, ਨਾ ਸੁਪਰੀਮ ਕੋਰਟ ਨੋਟਿਸ ਲੈ ਰਹੀ ਹੈ, ਨਾ ਹਾਈ ਕੋਰਟ ਲੈ ਰਹੀ ਹੈ। ਬਿਲਕੁਲ ਹੁਣ ਜਿਵੇਂ ਹਿੰਦੂਤਵਾ ਦਾ ਰਾਜ ਹੈ ਨਾ, ਪੂਰਾ ਕਰਤਾ ਇਹਨਾਂ ਨੇ। 370 ਧਾਰਾ ਦੇ ਬਾਰੇ ਤੁਸੀਂ ਗੱਲ ਕਰਦੇ ਹੋ। 370 ਧਾਰਾ ਮੋਦੀ ਸਾਹਿਬ ਕਹਿੰਦੇ ਇਸ ਤੋਂ ਪਹਿਲਾਂ ਕਿਸੇ ਨੇ ਨੂੰ ਖਤਮ ਕਰਨ ਦੀ ਸੋਚੀ ਨਹੀਂ ਸੀ। ਨਾ ਸੋਚੀ ਹੋਵੇ ਜੀ, ਪਰ ਮੇਰਾ ਮਤਲਬ ਇੱਕ ਸੂਬਾ
ਜਿਹਨੇ ਆਪ ਤੁਹਾਨੂੰ 1947 ਦੇ ਵਿੱਚ ਸਰੈਂਡਰ ਨਹੀਂ ਕੀਤਾ, ਇੱਕ ਹਿੰਦੂ ਮਹਾਰਾਜਾ ਹਰੀ ਸਿੰਘ, ਉਹਦਾ ਬਿਆਨ ਲੈ ਕੇ ਕਿ ਮੈਂ ਇੰਡੀਆ ਵੱਲ ਜਾਣਾ ਹੈ, ਪਤਾ ਨਹੀਂ ਉਹਨੇ ਦਿੱਤਾ ਕਿ ਨਹੀਂ ਦਿੱਤਾ। ਇਹ ਕਹਿੰਦੇ ਆ ਕਿ ਅਸੀਂ ਉਹ ਕਸ਼ਮੀਰ ਸਾਡਾ ਹਿੱਸਾ ਬਣ ਗਿਆ, ਪਰ ਜਿਹੜੀ ਪਾਰਟੀਸ਼ਨ ਹੋਈ ਹੈ ਉਹਦੇ ਵਿੱਚ ਇਹ ਅਸੂਲ ਸੀਗਾ ਕਿ ਮੁਸਲਮਾਨਾਂ ਦੇ ਇਲਾਕੇ ਪਾਕਿਸਤਾਨ 'ਚ ਜਾਣਗੇ ਤੇ ਹਿੰਦੂਆਂ ਤੇ ਸਿੱਖਾਂ ਦੇ ਜਾਣਗੇ ਇੰਡੀਆ ਦੇ ਨਾਲ। ਜੀ ਹੁਣ ਜਦੋਂ ਪਾਰਟੀਸ਼ਨ ਦਾ ਫੈਸਲਾ ਹੀ ਹੋਇਆ, ਫਿਰ ਤੁਸੀਂ ਦੇਖੋ ਜਵਾਹਰ ਲਾਲ ਨਹਿਰੂ ਨੇ 1948 ਦੇ ਵਿੱਚ ਸਿਕਿਉਰਿਟੀ ਕਾਊਂਸਲ ਕਸ਼ਮੀਰ ਦਾ ਮਸਲਾ ਲੈ ਕੇ ਗਏ। ਉਹ ਕਹਿੰਦੇ ਇੱਥੇ ਰਾਇਸ਼ਮਾਰੀ ਹੋਣੀ ਚਾਹੀਦੀ ਹੈ। ਨਹਿਰੂ ਕਹਿੰਦਾ ਕਿ ਰਾਇਸ਼ਮਾਰੀ ਹੋਣੀ ਚਾਹੀਦੀ ਹੈ, ਪਲੇਬਸਾਈਟ ਹੋਣੀ ਚਾਹੀਦੀ ਹੈ। ਹੁਣ ਜੇ ਪਲੇਬਸਾਈਟ ਹੋ ਜੇ ਜਮਹੂਰੀਅਤ ਦੇ ਮੁਤਾਬਕ, ਅਮਨ ਦੇ ਮੁਤਾਬਕ, ਇਹ ਤੋਂ ਜ਼ਿਆਦਾ ਵੱਡਾ ਅਮਨ ਪਸੰਦ ਤਰੀਕਾ ਹੈ ਹੀ ਨਹੀਂ ਕਿ ਉਹ ਲੋਕਾਂ ਡਿਸਾਈਡ ਕਰਨ ਕਿ ਅਸੀਂ ਪਾਕਿਸਤਾਨ ਜਾਣਾ ਹੈ, ਇੰਡੀਆ 'ਚ ਰਹਿਣਾ ਜਾਂ ਆਜ਼ਾਦ ਲੜਨਾ। ਹੁਣ ਜੇ ਆਪਾਂ ਜਮਹੂਰੀਅਤ ਪਸੰਦ ਆਪਣੇ ਆਪ ਨੂੰ ਕਹਿੰਦੇ ਹਾਂ ਤਾਂ ਫਿਰ ਇਹ ਮਨੁੱਖੀ ਅਧਿਕਾਰਾਂ ਦੀ ਇੰਨੀ ਤਾਦਾਦ ਦੇ ਵਿੱਚ ਕਿਉਂ ਤਬਾਹੀ ਹੋ ਰਹੀ ਹੈ? ਜਦੋਂ ਫੋਰਨ ਪਾਲਿਸੀ, ਜਦੋਂ ਕੌਨਸਟੀਟਿਊਸ਼ਨ ਕਹਿੰਦੀ ਹੈ ਕਿ ਹਿਊਮਨ ਰਾਈਟਸ ਦੀ ਅਸੀਂ ਰੱਖਿਆ ਕਰਨੀ ਹੈ, ਕਿ ਸੁਪਰੀਮ ਕੋਰਟ ਨੂੰ ਨਹੀਂ ਦਿਖਦਾ ਕਿ ਰੋਜ਼ ਉੱਥੇ ਇਹ 8-10 ਬੰਦੇ ਫੌਜ ਮਾਰ ਦਿੰਦੀ ਹੈ ਜਿਨ੍ਹਾਂ ਨੂੰ। ਪਰ ਜੇਕਰ ਮਾਨਯੋਗ ਅਦਾਲਤਾਂ ਦੀ ਗੱਲ ਕਰੀਏ, ਅਦਾਲਤਾਂ ਵੀ ਉਸ ਵੇਲੇ ਉਹਦਾ ਰੁਖੋ ਬਣਾਉਂਦੇ ਜਦੋਂ ਤੁਸੀਂ ਸੋਚੋ ਕਿੰਨੀਆਂ ਰਿਟਾਂ ਹੋਈਆਂ 370 ਦੇ ਉੱਤੇ, ਯੋਧਿਆ ਦੇ ਉੱਤੇ। ਹੁਣ ਦੇਖੋ ਮੁਸਲਮਾਨਾਂ ਦੀ ਮਸਜਿਦ ਤੋੜ ਕੇ ਉੱਥੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਯੋਧਾ ਦੀ ਮਸਜਿਦ ਹਿੰਦੂ ਮੰਦਰ ਹੈ। ਇਸ ਤੋਂ ਪਹਿਲਾਂ ਜਿਹੜੇ ਚੀਫ ਜਸਟਿਸ ਸੀਗੇ ਗੋਗੋਈ ਸਾਹਿਬ, ਉਹਨਾਂ ਨੇ ਫੈਸਲਾ ਦਿੱਤਾ। ਗੋਗੋਈ ਸਾਹਿਬ ਦੇ ਉੱਤੇ ਇੱਕ ਕੇਸ ਚੱਲ ਪਿਆ, ਉਹਨਾਂ ਦੀ ਬੇਇੱਜ਼ਤੀ ਹੋਈ ਉਸ ਕੇਸ ਦੇ ਵਿੱਚ। ਉਹਨਾਂ ਨੇ ਮਾੜਾ ਕੰਮ ਕਿਸੇ ਬੀਬੀ ਦੇ ਨਾਲ ਕੀਤਾ। ਜੇ ਮਾੜਾ ਕੰਮ ਮਲੈਸਟੇਸ਼ਨ ਕੀਤੀ ਹੈ, ਕੇਸ ਤਾਂ ਥਾਣੇ 'ਚ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਥਾਣੇ 'ਚੋਂ ਖਿੱਚ ਕੇ ਆਪਣੀ ਇਨਕੁਆਇਰੀ ਕਰਕੇ ਤੇ ਸਰਕਾਰ ਦੀ ਫਾਇਦਾ ਲੈ ਕੇ ਉਹਨੂੰ ਰਿਹਾ ਕਰਤਾ ਗੋਗੋਈ ਸਾਹਿਬ ਨੂੰ। ਹੁਣ ਗੋਗੋਈ ਸਾਹਿਬ ਨੂੰ ਫੇਰ ਕਹਿਤਾ ਕਿ ਜੇ ਤੂੰ ਸਾਡੇ ਹੱਕ 'ਚ ਯੋਧਿਆ ਦਾ ਫੈਸਲਾ ਕਰ ਦਾਂਗੇ ਤੇ ਤੈਨੂੰ ਅਸੀਂ ਰਾਜ ਸਭਾ ਦੀ ਸੀਟ ਦੇਵਾਂਗੇ। ਉਹ ਦੇਤੀ ਤੇ ਗੋਗੋਈ ਸਾਹਿਬ ਨੇ ਮੁਸਲਮਾਨਾਂ ਦੀ ਜਿਹੜੀ ਮਸਜਿਦ ਸੀ ਉਹ कहता कि ये हिंदू टेम्पल है। यानी कि सुप्रीम कोर्ट भी ਤੁਹਾਡੇ ਮੁਤਾਬਕ ਸਰਕਾਰ ਮੁਤਾਬਕ ਚੱਲ ਰਹੀ ਹੈ। ਅੱਜ ਤੁਸੀਂ ਇੱਕ ਬੱਚੇ ਨੂੰ ਪੁੱਛ ਲਓ ਕਿੰਨੀਆਂ ਰਿਟਾਂ ਉੱਥੇ ਪਈਆਂ, ਉਹ ਦੇਖਦੇ ਹੀ ਨਹੀਂ। ਨਾ ਤਾਂ ਇਹ ਜਿਹੜਾ CAA ਬਣਾਇਆ, ਜਿਹੜਾ ਹੋਰ ਨੈਸ਼ਨਲ ਕਾਨੂੰਨਸ ਬਣਾਏ ਆ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ, ਕੱਲ੍ਹ ਨੂੰ ਤਾਂ ਮੈਨੂੰ ਵੀ ਕਹਿ ਦੇਣਗੇ ਤੂੰ ਤਾਂ ਪਾਕਿਸਤਾਨ ਤੋਂ ਆਇਆ, ਤੂੰ ਤਾਂ ਇੱਥੋਂ ਦਾ ਸ਼ਹਿਰ ਹੀ ਨਹੀਂ ਹੈ। ਹੁਣ ਦੱਸੋ ਜੀ, ਨਹੀਂ ਤੁਸੀਂ ਇਲੈਕਸ਼ਨ ਲੜੇ ਹੋ, ਤੁਸੀਂ ਇੱਥੇ ਦੇ ਵਾਸਨਿਕ ਹੋ। ਨਹੀਂ, ਪਰ ਇਹਨਾਂ ਤਾਂ ਲੌਜਿਕ ਹੈ ਨਹੀਂ, ਦਲੀਲ ਹੈ ਨਹੀਂ ਨਾ। ਹੁਣ ਜਿਹੜੇ ਮੁਸਲਮਾਨ ਇੱਥੇ ਹੈ, ਸਦੀਆਂ ਤੋਂ ਰਹਿ ਰਹੇ, ਉਹ ਕਿੱਥੇ ਹੋਰ ਜਾਣਗੇ? ਉਹ ਇੱਥੇ ਹੀ ਰਹਿਣਗੇ। ਅੱਜ ਕਿੰਨੇ 19,60,000 ਮੁਸਲਮਾਨ ਕੈਂਪਾਂ ਦੇ ਵਿੱਚ ਇਹ ਅਸਾਮ ਦੇ ਵਿੱਚ ਦਿੱਤਾ ਹੈ ਕਿ ਤੁਸੀਂ ਸਾਨੂੰ ਸਬੂਤ ਨਹੀਂ ਦੇ ਸਕਦੇ ਕਿ ਤੁਸੀਂ ਹਿੰਦੁਸਤਾਨੀ ਹੈਗੇ ਹੋ ਕਿ ਨਹੀਂ, ਇੰਡੀਅਨ ਹੈਗੇ ਹੋ ਕਿ ਨਹੀਂ। ਕਿੱਡੀ ਜਾਸਤੀ ਦੀ ਗੱਲ ਹੈ। ਹੁਣ 19 ਲੱਖ ਤੇ ਹੋਰ ਉੱਥੇ ਕੈਂਪਾਂ 'ਚ ਵੜਦੇ ਹੈ, ਉਹ ਜਾਣਗੇ ਕਿੱਥੇ ਜਦੋਂ ਇੱਥੋਂ ਦੇ ਤਾਂ ਜੰਮੇ ਹੋਏ ਹੈ, ਉਹ ਕਿੱਥੇ ਚਲੇ ਜਾਣਗੇ? ਸੋ ਤੁਹਾਡੇ ਗਿਲੇ ਸ਼ਿਕਵੇ ਬਿਲਕੁਲ ਤੁਹਾਡੇ ਮੁਤਾਬਿਕ ਸਹੀ ਨੇ, ਲੇਕਿਨ ਸਰਕਾਰ ਤੁਹਾਨੂੰ ਪਤਾ ਆਪਣੀ ਚਾਲ ਚੱਲ ਰਹੀ ਹੈ। ਇੱਕ ਵਾਰ ਫਿਰ ਤੋਂ ਕਿਸਾਨੀ ਮੋਰਚੇ ਵੱਲ ਆਪਾਂ ਆਉਂਦੇ ਹੈਗੇ ਆ, ਜਿੱਥੋਂ ਆਪਾਂ ਸ਼ੁਰੂ ਹੋਏ ਸੀਗੇ। ਕਿਸਾਨੀ ਮੋਰਚੇ ਵਾਸਤੇ ਤੁਸੀਂ ਆਪਣੇ ਵੱਲੋਂ ਆਉਣ ਵਾਲੇ ਦਿਨਾਂ 'ਚ ਕੀ ਕਰਨ ਜਾ ਰਹੇ ਹੋ ਤਾਂ ਜੋ ਉਹਨੂੰ ਬਲ ਮਿਲੇ, ਤਾਂ ਕਿਸਾਨੀ ਮੋਰਚਾ ਜਿਹੜਾ ਹੈਗਾ ਹੋਰ ਵਧੀਆ ਪ੍ਰਬਲ ਹੋ ਕੇ ਆਪਣੇ ਹੱਕ ਵਾਪਸ ਲੈ ਕੇ ਵਾਪਸ ਪਰਤ ਸਕਣ? ਚਲੋ ਮੈਂ ਚਲੇ ਜਾਊਂਗਾ ਉੱਥੇ, ਇਹ ਜੀ ਮੈਂ ਜਾ ਆਊਂਗਾ। ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਜਾ ਕੇ ਆਊਂਗਾ। ਨਹੀਂ ਸਾਡਾ ਇਹ ਮੰਤਵ ਨਹੀਂ ਤੁਹਾਨੂੰ ਭੇਜਣਾ ਹੀ ਹੈ। ਸਾਡਾ ਤਾਂ ਇਹ ਕਿ ਇੱਕ ਵੱਡਾ ਲੀਡਰ ਜਿਹਨੂੰ ਪੂਰਾ ਪੰਜਾਬ ਜਾਣਦਾ ਹੈ, ਜਿਹਦੇ ਨਾਮ ਦੇ ਲੈਂਦੇ ਹੀ ਸਭ ਦੇ ਅੱਗੇ ਉਹ ਤਸਵੀਰ ਆ ਜਾਂਦੀ ਸਾਹਮਣੇ ਕਿ ਹਾਂ ਉਹ ਬੰਦਾ ਜਿਹਨੇ ਸਭ ਤੋਂ ਵਧੀਆ ਲੀਡ ਲੈ ਕੇ ਪੰਜਾਬ ਵਿੱਚ ਜਿੱਤ ਹਾਸਲ ਕੀਤੀ ਸੀਗੀ, ਉਹ ਅੱਜ ਕੱਲ੍ਹ ਦਿਖਾਈ ਨਹੀਂ ਦੇ ਰਿਹਾ ਮੀਡੀਆ ਦੇ ਵਿੱਚ। ਹੁਣ ਮੇਰੇ ਤੇ ਸਿੱਖ ਕੌਮ ਨੇ
ਬਹੁਤ ਜ਼ਿਆਦਾ ਆਸਾਨ ਕੀਤੇ ਆ। ਮੈਨੂੰ ਫਾਂਸੀ ਹੋਣੀ ਸੀ, ਮੈਨੂੰ ਫਾਂਸੀ ਤੋਂ ਬਚਾ ਲਿਆ ਜੀ ਤੇ ਮੈਂ ਤਾਂ ਫਿਰ ਸੇਵਾ ਹੀ ਕਰਨਾ ਚਾਹੁੰਦਾ ਕਿ ਜੀ। ਜੇ ਉੱਥੇ ਸਾਡੀ ਬੇਇੱਜ਼ਤੀ ਨਹੀਂ ਕਰਨਗੇ ਹੂੰ ਤੇ ਅਸੀਂ ਫਿਰਾ ਤੁਰਾਂਗੇ, ਮੈਂ ਜਾਊਂਗਾ। ਜੀ ਹਾਂ, ਬਰਾੜੀ ਸਾਡਾ ਮੋਰਚਾ ਲੱਗਿਆ ਹੋਇਆ, ਜੀ। ਉੱਥੇ ਵੀ ਤੁਸੀਂ ਜਾ ਕੇ ਦੇਖੋ ਕਿ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਸਾਡੀ ਪਾਰਟੀ ਕੰਮ ਕਰ ਰਹੀ ਹੈ। ਜੀ ਪਰ ਅਸੀਂ ਉਹ 32 ਮੈਂਬਰ ਕਮੇਟੀ ਦੇ ਵਿੱਚ ਦਾਖਲ ਨਹੀਂ ਹੋਏ, ਨਾ ਸਾਨੂੰ ਕਿਸੇ ਨੇ ਪੁੱਛਿਆ। ਜੀ ਤੇ ਸਭ ਤੋਂ ਤਕੜਾ ਪੀਸਫੁਲ ਬਰਾੜੀ ਅੰਦਰ ਦਿੱਲੀ ਦੇ ਵਿੱਚ। ਹੁਣ ਲਾਉਣਾ ਤਾਂ ਮੋਰਚਾ ਦਿੱਲੀ ਦੇ ਵਿੱਚ ਹੈ ਨਾ, ਹੂੰ। ਤੇ ਸਾਡੀ ਪਾਰਟੀ ਨੇ ਦਿੱਲੀ ਦੇ ਵਿੱਚ ਲਾਇਆ ਹੋਇਆ ਜੀ ਤੇ ਅਸੀਂ ਦੂਜੇ ਪਾਸੇ ਵੀ ਜਾ ਆਵਾਂਗੇ। ਠੀਕ ਹੈ। ਸੋ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਜਿੱਥੇ ਵੀ ਜਾਣਾ ਪਿਆ ਜਾਵਾਂਗੇ ਕਿਸਾਨੀ ਹੱਕਾਂ ਵਾਸਤੇ, ਉੱਥੇ ਦਾ ਗੇੜਾ ਵੀ ਲਗਾ ਕੇ ਆਵਾਂਗੇ। ਚਾਹੇ ਟਿਕਰੀ ਬਾਰਡਰ ਦੀ ਗੱਲ ਕੀਤੀ ਜਾਵੇ, ਸਿੰਘੂ ਬਾਰਡਰ ਦੀ ਗੱਲ ਕੀਤੀ ਜਾਵੇ, ਗਾਜੀਪੁਰ ਬਾਰਡਰ ਦੀ ਗੱਲ ਕੀਤੀ ਜਾਵੇ, ਸਾਰੇ ਥਾਂ 'ਤੇ ਜਾ ਕੇ ਆਇਆ ਜਾਏਗਾ। ਲੇਕਿਨ ਅਸੀਂ ਉਹਨਾਂ ਦੇ ਵਿੱਚ ਨਹੀਂ ਜਾਵਾਂਗੇ ਜਿੱਥੇ ਸਾਡਾ ਸਤਿਕਾਰ ਨਹੀਂ ਹੋਏਗਾ। ਸਤਿਕਾਰ ਕਰਕੇ ਹੀ ਉਹ ਅਸੀਂ ਹਾਲੇ ਤੱਕ ਨਹੀਂ ਗਏ ਸੀਗੇ, ਕਿਉਂਕਿ ਕਿਸਾਨੀ ਸੰਘਰਸ਼ ਦੇ ਲੋਕਾਂ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿਸੇ ਰਾਜਨੀਤਿਕ ਲੋਕ ਨੂੰ ਨਹੀਂ ਆਉਣ ਦੇਣਗੇ। ਲੇਕਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਰਾਜਸੀ ਪਾਰਟੀ ਨਹੀਂ ਹੈ, ਅਸੀਂ ਸਿਰਫ ਪੰਜਾਬੀਆਂ ਦੀ ਤੇ ਸਿੱਖਾਂ ਦੀ ਸੇਵਾ ਕਰਨ ਵਾਸਤੇ ਹੀ ਆਪਣੀ ਪਾਰਟੀ ਬਣਾਈ ਹੈ, ਜੋ ਕਿ ਅਸੀਂ ਇੱਥੇ ਕਰ ਵੀ ਰਹੇ ਹੈਗੇ ਆ ਤੇ ਅੱਗੇ ਜਾ ਕੇ ਕਰਾਂਗੇ ਵੀ। ਸੋ ਇਸੇ ਤਰ੍ਹਾਂ ਵੇਖਦੇ ਰਹੋ ਸਕਾਈ ਨਿਊਜ਼। ਮੈਨੂੰ ਕਿਰਨ ਵਸਿਸ਼ਟ ਨੂੰ ਤੇ ਕੈਮਰਾਮੈਨ ਹਰਪਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।